ਹੈਲੋ एवरीवन, ਅੱਜ ਆਪਾਂ ਕਰਾਂਗੇ ਕੰਜੰਕਸ਼ਨ ਜੋ ਕਿ ਇੰਗਲਿਸ਼ ਦੇ ਪਾਰਟਸ ਆਫ ਸਪੀਚ ਦਾ ਇੱਕ ਬਹੁਤ ਹੀ ਇੰਪੋਰਟੈਂਟ ਹਿੱਸਾ ਨੇ। ਸੋ ਹੇਅਰ ਆਈ ਰੋਟ ਅ ਕੋਟ, ਕੰਜੰਕਸ਼ਨਸ ਆਰ ਮੈਜਿਕ ਟੂ ਮਾਈ ਈਅਰਸ। ਕਿ ਕੰਜੰਕਸ਼ਨ ਦੇ ਨਾਲ ਆਪਣੇ ਕੰਨਾਂ ਨੂੰ ਸੁਣਨ ਦੇ ਵਿੱਚ ਬਿਲਕੁਲ ਮੈਜਿਕ ਲੱਗਦਾ ਹੈ, ਕਿਉਂਕਿ ਕੰਜੰਕਸ਼ਨਸ ਤੋਂ ਬਿਨਾਂ ਕੋਈ ਵੀ ਸਟੇਟਮੈਂਟਸ, ਕੋਈ ਵੀ ਵਰਡਸ, ਕੋਈ ਵੀ ਫਰੇਜ਼ਸ ਨੂੰ ਜੋੜਿਆ ਨਹੀਂ ਜਾ ਸਕਦਾ। ਕੰਜੰਕਸ਼ਨਸ ਨੂੰ ਆਪਾਂ ਪੰਜਾਬੀ ਦੇ ਵਿੱਚ ਕੀ ਕਹਿੰਦੇ ਹਾਂ? ਯੋਜਕ। ਯੋਜਕ ਕਿਹਾ ਜਾਂਦਾ ਵਾ, ਜਿਹੜੇ ਕਿ ਜੋੜਨ ਦਾ ਕੰਮ ਕਰਦੇ ਨੇ। ਠੀਕ ਹੈ, ਸੋ ਕੰਜੰਕਸ਼ਨ ਦੀ ਡੈਫੀਨੇਸ਼ਨ ਦੇਖਦੇ ਹਾਂ ਆਪਾਂ। ਕੰਜੰਕਸ਼ਨ ਆਰ ਵਰਡਸ ਵਿਚ ਕਨੈਕਟ ਸੈਂਟੈਂਸਿਸ, ਕਲੌਜ਼ਸ, ਗਰੁੱਪ ਆਫ ਸੈਂਟੈਂਸਿਸ। ਮਤਲਬ ਚਾਹੇ ਦੋ ਵਰਡਸ ਹੋਣ, ਫਰੇਜ਼ਸ ਹੋਣ, ਸੈਂਟੈਂਸ ਹੋਣ, ਉਹਨਾਂ ਨੂੰ ਜੋੜਨ ਦਾ ਕੰਮ ਕੌਣ ਕਰਦਾ ਆ? ਕੰਜੰਕਸ਼ਨਸ। ਸੋ ਇਹਨਾਂ ਨੂੰ ਕੀ ਕਹਿੰਦੇ ਆ ਆਪਾਂ? ਕਨੈਕਟਰਸ ਕਹਿੰਦੇ ਆ, ਜਾਂ ਫਿਰ ਇਹਨਾਂ ਨੂੰ ਕਹਿੰਦੇ ਆ ਜੁਆਇਨਿੰਗ ਵਰਡਸ, ਕਿਉਂਕਿ ਇਹ ਜੁਆਇਨ ਕਰਾਉਂਦੇ ਨੇ, ਕਿ ਦੋ ਵਰਡਸ ਨੂੰ ਜੁਆਇਨ ਕਰਾਉਂਦੇ ਨੇ, ਦੋ ਸੈਂਟੈਂਸਿਸ ਨੂੰ ਜੁਆਇਨ ਕਰਾਉਂਦੇ ਨੇ। ਠੀਕ ਹੈ, ਸੋ ਨੰਬਰ 1 'ਤੇ ਆਪਾਂ ਸੈਂਟੈਂਸਿਸ ਕਰ ਲੈਂਦੇ ਹਾਂ। ਨੰਬਰ ਆਫ ਵਰਡਸ ਫੋਰਮਿੰਗ ਕੰਪਲੀਟ ਸੈਂਟੈਂਸ। ਠੀਕ ਹੈ, ਸੈਂਟੈਂਸ ਕੀ ਹੁੰਦਾ ਵਾ? ਜਦੋਂ ਆਪਾਂ ਬਹੁਤ ਸਾਰੇ ਵਰਡਸ ਨੂੰ ਜੋੜ ਕੇ ਇੱਕ ਸੈਂਟੈਂਸ ਕੰਪਲੀਟ ਲਿਖਦੇ ਹਾਂ, ਇੱਕ ਲਾਈਨ ਲਿਖਦੇ ਹਾਂ, ਲਾਈਕ ਆਈ ਵਾਂਟ ਇਟ, ਆਈ ਲਾਈਕ ਕ੍ਰਿਕਟ, ਆਈ ਇੰਜੋਏ ਪਲੇਇੰਗ ਕ੍ਰਿਕਟ। ਇਹ ਸੈਂਟੈਂਸ ਹੁੰਦਾ। ਠੀਕ ਹੈ, ਕਲੌਜ਼ ਕੀ ਹੁੰਦਾ ਵਾ? ਕਲੌਜ਼ ਕੀ ਆ? ਪਾਰਟ ਆਫ ਸੈਂਟੈਂਸ ਹੈਵਿੰਗ ਓਨਲੀ ਸਬਜੈਕਟ ਐਂਡ ਪ੍ਰੈਡੀਕੇਟ। ਠੀਕ ਹੈ, ਮਤਲਬ ਕਿ ਅਧੂਰੀ ਲਾਈਨ ਜਿਹੜੀ ਹੁੰਦੀ ਆ ਉਹਨੂੰ ਕਲੌਜ਼ ਕਿਹਾ ਜਾਂਦਾ ਵਾ। ਠੀਕ ਹੈ, ਸਮਝ ਗਏ ਨਾ? ਹੁਣ ਤੈਨੂੰ ਸੈਂਟੈਂਸ ਵੀ ਪਤਾ ਲੱਗ ਗਿਆ, ਕਲੌਜ਼ ਵੀ ਪਤਾ ਲੱਗ ਗਿਆ। ਫਰੇਜ਼ ਕੀ ਹੁੰਦੀ ਆ? ਜਦੋਂ 2-3 ਵਰਡਸ ਮਿਲ ਕੇ ਪੂਰਾ ਸੈਂਟੈਂਸ ਕਨਵੇ ਨਹੀਂ ਕਰ ਪਾਉਂਦੇ ਹੈਗੇ, ਉਹਨੂੰ ਫਰੇਜ਼ ਕਿਹਾ ਜਾਂਦਾ ਵਾ। ਠੀਕ ਹੈ, ਔਰ ਕੰਜੰਕਸ਼ਨ ਕੀ ਹੁੰਦੇ ਨੇ? ਯੋਜਕ, ਜੋੜਨ ਦਾ ਕੰਮ ਕਰਦੇ ਆ ਜਿਹੜੇ ਵਰਡਸ, ਉਹਨਾਂ ਨੂੰ ਕੰਜੰਕਸ਼ਨ ਕਿਹਾ ਜਾਂਦਾ ਵਾ। ਨੈਕਸਟ ਹੈ ਟਾਈਪਸ ਆਫ ਕੰਜੰਕਸ਼ਨਸ। ਪਹਿਲੀ ਟਾਈਪ ਕੀ ਆ? ਕੋਆਰਡੀਨੇਟਿਵ। ਸੈਕਿੰਡ ਕੀ ਆ? ਸਬੋਰਡੀਨੇਟਿੰਗ। ਥਰਡ ਕੀ ਆ? ਕੋਰਿਲੇਟਿੰਗ। ਫੋਰਥ ਕੀ ਆ? ਕੰਜੰਕਟਿਵ ਐਡਵਰਬਸ। ਠੀਕ ਹੈ, ਵੈਸੇ ਆਪਣੇ ਸਿਲੇਬਸ ਦੇ ਵਿੱਚ ਫਸਟ 3 ਹੀ ਨੇਗੀ ਆ, ਅਤੇ ਆਪਾਂ ਉਹ ਤਿੰਨੋਂ ਹੀ ਕਰਾਂਗੇ। ਪਹਿਲੀ ਕਿਹੜੀ ਆ? ਕੋਆਰਡੀਨੇਟਿੰਗ। ਦੂਸਰੀ ਕਿਹੜੀ ਆ? ਸਬੋਰਡੀਨੇਟਿੰਗ। ਥਰਡ ਕੀ ਆ? ਕੋਰਿਲੇਟਿਵ। ਸੋ ਹੁਣ ਆਪਾਂ ਇਕੱਲੀ ਕਰਕੇ ਇਹਨੂੰ ਐਕਸਪਲੇਨ ਕਰ ਲੈਂਦੇ ਹਾਂ। ਪਹਿਲੀ ਟਾਈਪ ਦੇਖੋ, ਕੋਆਰਡੀਨੇਟਿੰਗ। ਕੋਆਰਡੀਨੇਟਿੰਗ ਦੇ ਕੀ ਹੁੰਦਾ ਵਾ? ਇਟ ਇਜ਼ ਯੂਜ਼ਡ ਟੂ ਜੁਆਇਨ ਟੂ ਵਰਡਸ, ਫਰੇਜ਼ਸ, ਇੰਡੀਪੈਂਡੈਂਟ ਕਲੌਜ਼ਸ ਔਰ ਸੈਂਟੈਂਸਿਸ। ਠੀਕ ਹੈ, ਸਿੰਪਲ ਦੋ ਅਲੱਗ-ਅਲੱਗ ਸੈਂਟੈਂਸ ਨੇਗੇ। ਠੀਕ ਹੈ, ਜੇਕਰ ਉਹ ਆਪਾਂ ਸੈਂਟੈਂਸਾਂ ਨੂੰ ਅਲੱਗ-ਅਲੱਗ ਵੀ ਲਿਖਾਂਗੇ ਤਾਂ ਉਹਨਾਂ ਦਾ ਇੱਕ ਮੀਨਿੰਗ ਕਨਫਰਮ ਹੋਊਗਾ। ਲਾਈਕ ਆਈ ਲਾਈਕ ਕੌਫੀ, ਮੈਨੂੰ ਕੌਫੀ ਪਸੰਦ ਹੈ। ਮਾਈ ਵਾਈਫ ਪ੍ਰੈਫਰਸ ਟੀ, ਮੇਰੀ ਵਾਈਫ ਟੀ ਪੀਣਾ ਜ਼ਿਆਦਾ ਪਸੰਦ ਕਰਦੀ ਆ। ਹੁਣ ਜਦੋਂ ਆਪਾਂ ਇਹਨਾਂ ਦੋਨਾਂ ਸੈਂਟੈਂਸਾਂ ਨੂੰ ਇਕੱਠੇ ਕਰਕੇ ਲਿਖਣਾ ਸੀ, ਆਪਾਂ ਵਿਚਾਲੇ ਕੀ ਲਿਖਤਾ? ਬਟ। ਠੀਕ ਹੈ, ਕੀ ਲਿਖਿਆ ਵਿਚਾਲੇ ਆਪਾਂ? ਬਟ। ਸੋ ਬਟ ਵਰਡ ਕੀ ਆ? ਕੰਜੰਕਸ਼ਨ। ਬਟ ਵਰਡ ਇੱਥੇ ਕੀ ਆ? ਕੰਜੰਕਸ਼ਨ। ਸਮਝ ਗਏ? ਸੋ ਆਪਾਂ ਕੁਛ ਕੰਜੰਕਸ਼ਨ ਜਿਹੜੀਆਂ ਉਹ ਯਾਦ ਕਰਨੀਆਂ ਨੇ। ਜਿਹੜੀ ਯਾਦ ਕਰਨ ਦੇ ਲਈ ਆਪਾਂ ਇੱਕ ਛੋਟਾ ਜਿਹਾ ਫਾਰਮੂਲਾ ਯਾਦ ਕਰਨਾ, ਫੈਨ ਬੋਏ। ਫੈਨ ਬੋਏ ਕਿਉਂ ਲਿਖਿਆ ਆਪਾਂ? ਦੇਖੋ, ਅਗਰ ਮੈਂ ਤੁਹਾਨੂੰ ਇੱਥੇ ਲਿਖ ਕੇ ਦਿਖਾਵਾਂ, F ਸਟੈਂਡਸ ਫॉर। ਠੀਕ ਹੈ, ਪਹਿਲਾ ਹੋ ਗਿਆ ਨਾ ਫॉर। ਸੈਕਿੰਡ ਕੀ ਆ? A। ਫੈਨ ਬੋਇਜ਼ ਸੈਕਿੰਡ ਕੀ ਆਉਂਦਾ? A ਕਿਹਦੇ ਲਈ ਆ? ਐਂਡ। ਠੀਕ ਹੈ, ਨੈਕਸਟ ਕੀ ਆ? N ਕਾਹਦੇ ਲਈ ਆ? ਨੌਰ। ਠੀਕ ਹੈ, ਨੈਕਸਟ ਹੈ B ਕਾਹਦੇ ਲਈ ਆ? ਬਟ। ਨੈਕਸਟ ਹੈ O ਕਾਹਦੇ ਲਈ ਆ? ਔਰ। Y ਕਾਹਦੇ ਲਈ ਆ? ਯੈਟ। S ਕਾਹਦੇ ਲਈ ਆ? ਸੋ। ਸਮਝ ਗਏ? ਸੋ ਇੱਥੇ ਇਸ ਲਾਈਨ ਦੇ ਵਿੱਚ ਉਹ ਸਾਰੀਆਂ 7 ਦੀਆਂ 7 ਇੰਪੋਰਟੈਂਟ ਕੰਜੰਕਸ਼ਨਸ ਲਿਖੀਆਂ ਹੋਈਆਂ ਨੇ, ਅਤੇ ਉਹਨਾਂ ਨੂੰ ਤੁਸੀਂ ਲਰਨ ਕਰਨ ਦੇ ਲਈ ਫੈਨ ਬੋਏ ਦੇ ਫਾਰਮੂਲੇ ਤੋਂ ਉਹਨਾਂ ਨੂੰ ਲਰਨ ਕਰ ਸਕਦੇ ਹੋ। ਸਮਝ ਕੇ? ਸੋ ਆਪਾਂ ਕਰ ਰਹੇ ਹਾਂ ਕੋਆਰਡੀਨੇਟਿਵ ਕਲੌਜ਼ਸ। ਕੋਆਰਡੀਨੇਟਿਵ ਕਲੌਜ਼ਸ ਦੇ ਵਿੱਚ ਆਪਾਂ ਕੀ ਕਿਹਾ ਵਾ? ਛੋਟੀ ਜਿਹੀ ਸਿੰਪਲ ਸੈਂਟੈਂਸਿਸ ਹੁੰਦੇ ਆ, ਜਿਨ੍ਹਾਂ ਨੂੰ ਯੂਜ਼ ਕਰਕੇ ਆਪਾਂ ਦੋ ਅਲੱਗ-ਅਲੱਗ ਇੰਡੀਪੈਂਡੈਂਟ ਕਲੌਜ਼ਸ ਨੂੰ, ਇੰਡੀਪੈਂਡੈਂਟ ਸੈਂਟੈਂਸਿਸ ਨੂੰ ਜੋੜਦੇ ਹਾਂ। ਜੇਕਰ ਉਹਨਾਂ ਸੈਂਟੈਂਸਿਸ ਨੂੰ ਅਲੱਗ-ਅਲੱਗ ਲਿਖਿਆ ਜਾਵੇ ਤਾਂ ਵੀ ਉਹਨਾਂ ਦਾ ਇੱਕ ਵਧੀਆ ਮੀਨਿੰਗ ਨਿਕਲ ਸਕਦਾ, ਜਿਹਦੇ ਵਿੱਚ ਆਪਾਂ ਫਸਟ ਐਗਜ਼ਾਮਪਲ ਕੀਤੀ ਆ, ਆਈ ਲਾਈਕ ਕੌਫੀ ਬਟ ਮਾਈ ਵਾਈਫ ਪ੍ਰੈਫਰਸ ਟੀ। ਇਹਦੇ ਵਿੱਚ ਬਟ ਵਰਡ ਕੀ ਆ? ਕੰਜੰਕਸ਼ਨ। ਇਸ ਤੋਂ ਇਲਾਵਾ ਆਪਾਂ ਹੋਰ ਐਗਜ਼ਾਮਪਲਸ ਕਰਦੇ ਹਾਂ। ਆਈ ਟੇਕ ਮਿਲਕ ਐਂਡ ਸ਼ੂਗਰ ਇਨ ਮਾਈ ਟੀ।
मैं अपनी चाह दे विच एक तां मिल्क लैना, दूजा शुगर लैनी है, ठीक है। उन्हें ये दोनों गल्लां कहणियां सी ते उन्हें सेंटर च लाता एंड वर्ड, ठीक है। एंड वर्ड की है फिर कंजंक्शन, ठीक है। सो नेक्स्ट एग्जाम्पल, ही 72 yet he still swims, runs, plays football regularly। सो कहते कि वो 72 सालों का है, लेकिन yet मीनस लेकिन वो हले भी स्विम कर सकता है, दौड़ सकता है, फुटबॉल खेल सकता है। सो येट वर्ड अपना की है कंजंक्शन, ठीक है। अगर आप चाहते तो एक नंबर 1 नंबर 2 करके दोनों लाइन्स लिख सकते सी ना, लेकिन आप दोनों लाइन्स में एक च लिखना सी, तो इस करके आप येट वर्ड यूज़ किया। नैक्सट एग्जाम्पल देखते हैं, शी मस्ट हैव बीन वेरी हंगरी, ठीक है। वो बहुत ज़्यादा हंगरी होएगी। फॉर शी एट एवरीथिंग इमीडिएटली, इस करके उन्हें की किया, सारा कुछ इमीडिएटली खा गई, जल्दी जल्दी, ठीक है। नैक्सट की है, स्विट्जरलैंड is not in the European Union nor is it a member of NATO। ना तो ही कहते स्विट्जरलैंड जिहड़ा यूरोपीयन यूनीयन का हिस्सा आ, ते ना ही नाटो का मैंबर आ, ठीक है। इत्थे जिहड़ा नॉर वर्ड है वो की आ कंजंक्शन, ठीक है। नैक्सट देखो कुछ होर सबऑर्डिनेट क्लॉजेस दी एग्जाम्पल्स देख सकते हैं आप। सो दी एग्जाम्पल आप लै चुके हैं, सो शी एट एवरीथिंग, ठीक है। तो सो ने आपको की शो किया, कॉन्सिक्वेंस ऑफ समथिंग, ठीक है। क्यों हंगरी सी तां करके उन्हें सारा कुछ खा लिया, तां करके उन्हें केक भी खा लिया, ठीक है। उन्हें रीज़न दसिया ना, कॉन्सिक्वेंसिस दसिया भी ये चीज़ क्यों हुई, ठीक है। नैक्सट सीगा बट फॉर कंट्रास्ट। कंट्रास्ट मतलब जो आप एक चीज़ के नाल दूसरी चीज़ भी दसनी है। आई ईट केक बट आई नैवर ईट बिस्किट्स, आई डोंट लाइक दैम। कहते मैं केक तो खा लूँगा क्योंकि मैंने पसंद आ, लेकिन मैंने बिस्किट नहीं खाने क्योंकि मैंने पसंद नहीं है। रीज़न दसिया ना। नैक्सट देखो फॉर एक्सप्लेनिंग वाई, ठीक है। क्यों रीज़न दसन के लिए आप वाई यूज़ करते हैं। शी इज़ ओवर वेट फॉर ही ईट्स टू मच केक्स एंड बिस्किट्स, वह वेट ज़्यादा है क्योंकि वो बहुत ज़्यादा केक खाती है, बहुत ज़्यादा बिस्किट्स खाती है। नैक्सट है एंड आप सिमिलर चीज़ों कंट्रास्ट करने के लिए, ठीक है, सिंपल वर्ड्स में यूज़ करन जोड़न के लिए एंड ही यूज़ करते हैं। इस तो इलावा होर एग्जाम्पल्स देखते हैं आप नॉर दियाँ ते नॉर वर्ड हुंदा की है। फॉर नॉट कंट्रास्टिंग ग्रामैटिकल नैगेटिव आइटम्स, जो तुसी एक ही सेंटेंस दे विच 2 बार ऐसी गल कहनी है जिहदे विच नॉट ऐड हुंदा वा, ठीक है। नॉट 2 बार ऐड हुंदा आ, तो उस गल नूं कहण दे लई आपां की करदे हां, नॉर वर्ड यूज़ करते हैं। ही डजेंट ईट केक, उसने केक नहीं खाता। नॉर ही ईट बिस्किट्स, तो ना ही उन्हें बिस्किट्स खाते ने, ठीक है। 2 चीज़ां हो गई, ना तो उन्हें केक खाता ना ही उन्हें बिस्किट खाता है, ठीक है। तो इस करके आप दोनों गल्लां कहण दे लई एक बारी तो आप नॉट यूज़ किया नॉट, दूजी बारी आप नॉर यूज़ किया, क्योंकि एक ही सेंटेंसिस दे विच बार बार नॉट ऐड करांगे तो ग्रामैटिकल प्रॉब्लम्स हो जांदियां ने, इस करके नॉर कंजंक्शन नूं यूज़ किया जांदा वा। नैक्सट देखो और बिफोर एंड ऑल्टरनेटिव, जो तुसी ऑप्शन दसनी है किसी व्यक्ति को कि या तो ये काम कर लो या ये काम कर लो, वो लिए आप और यूज़ करते हैं। वुड यू लाइक केक और बिस्किट्स विद योर कॉफ़ी, तुसी अपनी कॉफ़ी के नाल की खाना पसंद करोगे, बिस्किट या केक, ठीक है। जां दे लई उन्होंने और वर्ड यूज़ किया है। नैक्सट देखते हैं आप एग्जाम्पल येट हुंदा जो तुसी कंट्रास्ट करना वा, ठीक है। ये वैसे स्टिल का साइनोनियम ही हुंदा आ, ठीक है। अजे जो आप कहना होंगे हले मैं ये काम नहीं करना या हले मैं इत्थे जानी हाँ मैं बाद में आवांगी, येट वर्ड आप उत्थे यूज़ करते हैं, जिहदी आप एग्जाम्पल की सी ओवरवेट वाली, ठीक है। समझ के नैक्सट देखते हैं सबऑर्डिनेटिंग कंजंक्शन। सबऑर्डिनेटिंग कंजंक्शनस की होंदे ने। आ कंजंक्शन अ सबऑर्डिनेट क्लोज डजंट अंडरस्टैंड अलोन एज अ सेंटेंस। जो मैं थोनों करवाए सीगे पहला ये 2 एग्जाम्पल
ਕੋਆਰਡੀਨੇਟਿੰਗ ਕਲੌਜ਼ਸ ਦੀ, ਅਤੇ ਮੈਂ ਤੁਹਾਨੂੰ ਦੱਸਿਆ ਸੀ ਕਿ ਆਪਾਂ ਦੋ ਸੈਂਟੈਂਸਿਸ ਨੂੰ ਜੋੜਦੇ ਹਾਂ, ਠੀਕ ਹੈ, ਜੋੜਦੇ ਹਾਂ, ਲੇਕਿਨ ਦੋਨਾਂ ਸੈਂਟੈਂਸਿਸ ਦਾ ਅਲੱਗ ਅਲੱਗ ਆਪਦਾ ਮੀਨਿੰਗ ਹੁੰਦਾ ਵਾ। ਲੇਕਿਨ ਜਿਹੜੀ ਆਪਾਂ ਹੁਣ ਗੱਲ ਕਰ ਰਹੇ ਹਾਂ ਇਹਦੇ ਵਿੱਚ ਆਪਾਂ ਵੀ ਦੋ ਸੈਂਟੈਂਸਿਸ ਨੂੰ ਜੋੜਨਾ ਤਾਂ ਹੈ, ਠੀਕ ਹੈ, ਲੇਕਿਨ ਇਹਨਾਂ ਦੋ ਸੈਂਟੈਂਸਿਸ ਦਾ ਆਪਸ ਦੇ ਵਿੱਚ ਇਕੱਲਿਆਂ ਇਕੱਲਿਆਂ ਦਾ ਮੀਨਿੰਗ ਨਹੀਂ ਹੋਵੇਗਾ। ਜੇ ਆਪਾਂ ਇੱਕ ਲਿਖਤਾ ਅਤੇ ਦੂਜਾ ਆਪਾਂ ਨਹੀਂ ਲਿਖਿਆ ਤਾਂ ਆਪਣਾ ਮੀਨਿੰਗ ਕਲੀਅਰ ਨਹੀਂ ਹੋਵੇਗਾ, ਠੀਕ ਹੈ। ਇੱਕ ਸੈਂਟੈਂਸ ਦੂਜੇ ਸੈਂਟੈਂਸ ਦੇ ਉੱਪਰ ਬੇਸਡ ਹੁੰਦਾ ਵਾ। ਇਕੱਲਾ ਇੱਕ ਸੈਂਟੈਂਸ ਲਿਖਾਂਗੇ ਤਾਂ ਉਹਨੂੰ ਆਪਾਂ ਮੀਨਿੰਗਫੁਲ ਨਹੀਂ ਕਹਿ ਸਕਦੇ। ਤਾਂ ਹੁਣ ਸਬੋਰਡੀਨੇਟਿਵ ਕਲੌਜ਼ ਕਿਹੜੇ ਹੁੰਦੇ ਨੇ? ਸੋ, ਵੇਅਰ ਐਜ਼, ਦੋ, ਬਿਫੋਰ, ਵਾਈਲ, ਅਨਲੈਸ, ਠੀਕ ਹੈ। ਇਸ ਤੋਂ ਇਲਾਵਾ ਹੋਰ ਵੀ ਲਿਖੇ ਹੋਏ ਨੇ, ਤੁਸੀਂ ਇਹਨਾਂ ਨੂੰ ਰੀਡ ਕਰ ਸਕਦੇ ਹੋ। ਸੋ ਹੁਣ ਆਪਾਂ ਸਬੋਰਡੀਨੇਟ ਕਲੌਜ਼ਸ ਨੂੰ ਕੀ ਕਹਿ ਸਕਦੇ ਹਾਂ? ਇਹ ਉਹ ਕੰਜੰਕਸ਼ਨਸ ਹੁੰਦੇ ਨੇ ਜਿਹੜੇ ਕਨੈਕਟ ਕਰਦੇ ਨੇ ਦੋ ਕਲੌਜ਼ਸ ਨੂੰ। ਹੁਣ ਦੋ ਕਲੌਜ਼ਸ ਹੁੰਦੇ ਨੇਗੇ, ਠੀਕ ਹੈ, ਇੱਕ ਦੂਸਰੇ ਦੇ ਉੱਪਰ ਡਿਪੈਂਡ ਕਰਦਾ ਆ। ਤਾਂ ਫਿਰ ਦੇਖੋ, ਇੱਕ ਤਾਂ ਹੋ ਗਿਆ ਡਿਪੈਂਡੈਂਟ, ਠੀਕ ਹੈ, ਜਿਹੜਾ ਨਹੀਂ ਡਿਪੈਂਡ ਕਰਦਾ ਉਹ ਕੀ ਹੋਊਗਾ? ਇੰਡੀਪੈਂਡੈਂਟ, ਠੀਕ ਹੈ। ਦੋ ਕਲੌਜ਼ਸ ਹੋਣਗੇ ਨਾ ਅਲੱਗ ਅਲੱਗ ਜੋੜੇ ਹੋਏ, ਇੱਕ ਤਾਂ ਹੋਊਗਾ ਮੇਨ ਕਲੌਜ਼, ਦੂਜਾ ਹੋਊਗਾ ਡਿਪੈਂਡ ਕਰਦਾ ਹੋਊਗਾ ਉਹਦੇ 'ਤੇ, ਸਬੋਰਡੀਨੇਟਿਵ ਕਲੌਜ਼। ਸਮਝ ਗਏ? ਦੇਖੋ ਐਗਜ਼ਾਮਪਲ ਦੇਖਦੇ ਹਾਂ। ਸ਼ੀ ਇਜ਼ ਕ੍ਰਾਈਂਗ ਬਿਕੋਜ਼ ਯੂ ਵਰ ਅਨਕਾਇੰਡ, ਠੀਕ ਹੈ। ਉਹਨੇ ਕਿਹਾ ਵੀ ਉਹ ਰੋ ਰਹੀ ਆ, ਕਿਉਂ ਰੋ ਰਹੀ ਹੈ? ਰੀਜ਼ਨ ਕੀ ਆ? ਕਿਉਂਕਿ ਤੁਸੀਂ ਉਹਦੇ ਨਾਲ ਅਨਕਾਇੰਡ ਬਿਹੇਵ ਕੀਤਾ, ਠੀਕ ਹੈ। ਅਗਰ ਆਪਾਂ ਸਿਰਫ ਇੰਨਾ ਲਿਖੀਏ ਸ਼ੀ ਇਜ਼ ਕ੍ਰਾਈਂਗ, ਠੀਕ ਹੈ, ਇੱਕ ਗੱਲ ਬਣਦੀ ਹੈ, ਸੈਂਟੈਂਸ ਦਾ ਮੀਨਿੰਗ ਨਿਕਲਦਾ, ਠੀਕ ਹੈ। ਜੇ ਆਪਾਂ ਲਿਖੀਏ ਯੂ ਵਰ ਅਨਕਾਇੰਡ, ਅਗਲਾ ਕਹੂਗਾ ਠੀਕ ਹੈ ਮੈਂ ਅਨਕਾਇੰਡ ਹਾਂ ਤਾਂ ਫਿਰ ਕੀ ਹੋ ਗਿਆ, ਠੀਕ ਹੈ, ਇਹਦਾ ਰੀਜ਼ਨ ਕੀ ਆ, ਇਹਦੇ ਨਾਲ ਕੀ ਤੁਹਾਨੂੰ ਫਰਕ ਪਿਆ? ਫਿਰ ਆਪਾਂ ਫਰਕ ਪੈਣ ਲਈ ਕੀ ਗੱਲ ਦੱਸੀ? ਕਿਉਂਕਿ ਤੁਸੀਂ ਅਨਕਾਇੰਡ ਸੀ ਇਸ ਲਈ ਉਹ ਰੋ ਰਹੀ ਹੈ, ਠੀਕ ਹੈ। ਰੀਜ਼ਨ ਦੱਸਿਆ ਨਾ ਆਪਾਂ ਇਹਦੇ ਵਿੱਚ। ਸਮਝ ਕੇ ਕੀ ਹੁੰਦੀ ਹੈ ਸਬੋਰਡੀਨੇਟਿਵ ਕਲੌਜ਼? ਚਲੋ ਇਹਦੀਆਂ ਥੋੜ੍ਹੀਆਂ ਹੋਰ ਐਗਜ਼ਾਮਪਲਸ ਕਰਦੇ ਹਾਂ। ਸਭ ਤੋਂ ਪਹਿਲਾਂ ਦੇਖਦੇ ਹਾਂ ਕਿ ਇਹਦੇ ਵਿੱਚ ਹੋਰ ਕਿਹੜੀਆਂ ਕਿਹੜੀਆਂ ਹੁੰਦੀਆਂ ਅਤੇ ਆਪਾਂ ਉਹਨਾਂ ਨੂੰ ਕਿੱਥੇ ਕਿੱਥੇ ਯੂਜ਼ ਕਰਨਾ। ਜਿੱਦਾਂ ਬਿਕੋਜ਼, ਸੋ ਦੈਟ, ਐਂਡ, ਸਿੰਸ, ਇਹ ਤਿੰਨ ਕਲੌਜ਼ਸ ਨੂੰ ਆਪਾਂ, ਇਹ ਤਿੰਨ ਕੰਜੰਕਸ਼ਨਸ ਨੂੰ ਆਪਾਂ ਕਿੱਥੇ ਯੂਜ਼ ਕਰਨਾ ਹੈ? ਟੂ ਐਕਸਪ੍ਰੈਸ ਕੋਜ਼, ਰੀਜ਼ਨ। ਜੇ ਤੁਸੀਂ ਕਿਸੇ ਚੀਜ਼ ਦਾ ਰੀਜ਼ਨ ਦੱਸਣਾ ਆ ਤਾਂ ਤੁਸੀਂ ਇਹਨਾਂ ਚਾਰਾਂ ਦੇ ਵਿੱਚੋਂ ਕੋਈ ਵੀ ਇੱਕ ਕੰਜੰਕਸ਼ਨ ਨੂੰ ਯੂਜ਼ ਕਰ ਸਕਦੇ ਹੋ। ਆਈ ਵਾਜ਼ ਲੇਟ ਬਿਕੋਜ਼ ਆਈ ਮਿਸਡ ਮਾਈ ਬੱਸ, ਠੀਕ ਹੈ, ਇੱਦਾਂ ਕਰਕੇ। ਬਿਫੋਰ, ਆਫਟਰ, ਅਨਟਿਲ, ਵੈਨ, ਐਜ਼ ਸੂਨ ਐਜ਼, ਵੈਨ ਐਵਰ, ਵਾਈਲ। ਟੂ ਐਕਸਪ੍ਰੈਸ ਟਾਈਮ, ਇਹ ਆਪਾਂ ਕਦੋਂ ਯੂਜ਼ ਕਰਨੀ ਆ? ਜਦੋਂ ਆਪਾਂ ਸਮੇਂ ਨਾਲ ਰਿਲੇਟਡ ਕੋਈ ਵੀ ਗੱਲ ਕਰਨੀ ਆ ਉਦੋਂ ਆਪਾਂ ਇਹਨਾਂ ਸਾਰੀਆਂ ਕੰਜੰਕਸ਼ਨਸ ਦੇ ਵਿੱਚੋਂ ਕੋਈ ਇੱਕ ਯੂਜ਼ ਕਰ ਲੈਣੀ ਆ, ਠੀਕ ਹੈ। ਜਦੋਂ ਆਪਾਂ ਕੰਡੀਸ਼ਨ ਦੱਸਣੀ ਆ ਕਿ ਮੈਂ ਇਸ ਕੰਡੀਸ਼ਨ 'ਤੇ ਕੰਮ ਕਰੂੰਗੀ, ਠੀਕ ਹੈ। ਇਫ ਯੂ ਪੇ ਹਾਈ ਦੈਨ ਆਈ ਵਿਲ ਵਰਕ ਅਨਲੈਸ ਆਈ ਡੋਂਟ, ਠੀਕ ਹੈ। ਜਿੰਨਾ ਚਿਰ ਤੁਸੀਂ ਮੈਨੂੰ ਜ਼ਿਆਦਾ ਪੈਸੇ ਸੈਲਰੀ ਔਫਰ ਨਹੀਂ ਕਰਦੇ ਮੈਂ ਉਨਾ ਚਿਰ ਨਹੀਂ ਕੰਮ ਕਰਨਾ। ਅਨਲੈਸ ਯੂਜ਼ ਕੀਤਾ ਨਾ ਆਪਾਂ ਇਹਦੇ ਵਿੱਚ ਕੰਡੀਸ਼ਨ ਦੱਸੀ ਆਪਾਂ, ਠੀਕ ਹੈ। ਲਾਸਟ ਹੈ ਕੌਨਸੀਕੁਐਂਸਿਸ ਜਾਂ ਕੰਟਰਾਸਟ ਦੱਸਣ ਨੂੰ ਆਪਾਂ ਆਲ ਦੋ, ਈਵਨ ਦੋ, ਵੇਅਰ ਐਜ਼, ਇਹ ਵਾਲੀਆਂ ਕੰਜੰਕਸ਼ਨਸ ਯੂਜ਼ ਕਰ ਲੈਂਦੇ ਹਾਂ। ਸੋ ਲੈਟਸ ਪ੍ਰੈਕਟਿਸ। ਵੈਨ ਆਈ ਗੋਟ ਮਾਈ ਟੈਕਸਟ ਬੈਕ ਆਈ ਵਾਜ਼ ਵੈਰੀ ਹੈਪੀ। ਮੈਂ ਕਦੋਂ ਬਹੁਤ ਜ਼ਿਆਦਾ ਖੁਸ਼ ਹੋਈ? ਜਦੋਂ ਮੈਨੂੰ ਮੇਰਾ ਟੈਸਟ ਵਾਪਸ ਮਿਲ ਗਿਆ, ਠੀਕ ਹੈ। ਹੋ ਸਕਦਾ ਬਈ ਉਹਨੂੰ ਬਹੁਤ ਸਾਰੇ ਨੰਬਰ ਮਿਲੇ ਹੋਣ, ਠੀਕ ਹੈ। ਨੈਕਸਟ ਐਗਜ਼ਾਮਪਲ ਦੇਖੋ। ਬਿਫੋਰ ਆਈ ਵੈਂਟ ਬੈਡ, ਠੀਕ ਹੈ, ਜਦੋਂ ਮੈਂ ਬੈੱਡ ਦੇ ਉੱਪਰ ਪਹੁੰਚੀ ਉਦੋਂ ਪਹਿਲਾਂ ਕੀ ਹੋਇਆ, ਠੀਕ ਹੈ। ਹੁਣ ਦੇਖੋ ਉਦੋਂ ਪਹਿਲਾਂ ਕੀ ਹੋਇਆ, ਇੱਕ ਕੁਐਸਚਨ ਬਚ ਗਿਆ ਨਾ, ਕਿਉਂਕਿ ਜਿਹੜਾ ਆਈ ਵੈਂਟ ਬੈਡ ਆ ਇਹ ਸਬੋਰਡੀਨੇਟ ਕਲੌਜ਼ ਆ, ਮਤਲਬ ਕਿ ਡਿਪੈਂਡੈਂਟ ਕਲੌਜ਼ ਆ। ਜਿਹੜੀ ਨੈਕਸਟ ਲਾਈਨ ਆਪਾਂ ਬੋਲਾਂਗੇ ਇਹਦੇ ਉੱਪਰ ਡਿਪੈਂਡ ਕਰਦੀ ਆ। ਸੋ ਇੰਡੀਪੈਂਡੈਂਟ ਕਲੌਜ਼ ਕਿਹੜੀ ਹੋ ਗਈ ਆਪਾਂ? ਆਈ ਲਿਸਨ ਟੂ ਮਾਈ ਆਈਪੋਡ, ਕਹਿੰਦੇ ਸੌਣ ਤੋਂ ਪਹਿਲਾਂ ਮੈਂ ਆਪਣੇ ਮਿਊਜ਼ਿਕ ਸੁਣਦੀ ਹਾਂ, ਆਪਣਾ ਆਈਪੋਡ ਸੁਣਦੀ ਹਾਂ, ਠੀਕ ਹੈ। ਸੋ ਆਈ ਲਿਸਨ ਟੂ ਮਾਈ ਆਈਪੋਡ ਕੀ ਆ? ਇੰਡੀਪੈਂਡੈਂਟ ਕਲੌਜ਼। ਨੈਕਸਟ ਐਗਜ਼ਾਮਪਲ। ਆਲਦੋ ਆਈ ਫੇਲਡ ਮਾਈ ਟੈਸਟ ਆਈ ਵਾਜ਼ ਸਟਿਲ ਪ੍ਰਾਊਡ ਆਫ ਮਾਈ ਸੈਲਫ। ਚਾਹੇ ਮੈਂ ਆਪਣੇ ਟੈਸਟ 'ਚ ਫੇਲ ਹੋ ਗਈ ਲੇਕਿਨ ਮੈਨੂੰ ਫਿਰ ਵੀ ਆਪਣੇ ਆਪ 'ਤੇ ਮਾਣ ਹੈ। ਹੋ ਸਕਦਾ ਉਹਨੇ ਬਹੁਤ ਮਿਹਨਤ ਕੀਤੀ ਹੋਵੇ, ਕਿਉਂਕਿ ਮਿਹਨਤ ਨੂੰ ਹੀ ਫਲ ਲੱਗਦੇ ਆ। ਉਹ ਫਿਰ ਕੀ ਹੋ ਗਿਆ ਜੋ ਟੈਸਟ 'ਚ ਫੇਲ ਹੋ ਗਈ? until my mom come to pick me up I would wait at the school। ਜਿੰਨਾ ਚਿਰ ਮੇਰੀ ਮਦਰ ਮੈਨੂੰ ਸਕੂਲ ਤੋਂ ਲੈਣ ਨਹੀਂ ਆਉਂਦੇ ਉਹਨਾਂ ਚਿਰ ਮੈਂ ਸਕੂਲ ਹੀ ਉਹਨਾਂ ਦਾ ਇੰਤਜ਼ਾਰ ਕਰੂੰਗੀ। ਔਰ ਇਹ ਗੁੱਡ ਮੈਨਰ ਵੀ ਆ। I told my friend I could not go to her home because I was going skating, ਕਿਉਂਕਿ ਮੈਂ ਸਕੇਟਿੰਗ 'ਤੇ ਜਾ ਰਹੀ ਹਾਂ। ਸਕੇਟਿੰਗ ਉਹ ਸ਼ੂਜ਼ ਦੇ ਉੱਪਰ ਵੀਲਸ ਲੱਗੇ ਹੁੰਦੇ ਆ, ਉਹਨੂੰ ਸਕੇਟਿੰਗ ਕਹਿੰਦੇ ਆ। ਕਿਉਂਕਿ ਮੈਂ ਸਕੇਟਿੰਗ ਨਹੀਂ ਜਾਣਾ ਹੈ ਇਸ ਲਈ ਮੈਂ ਤੇਰੇ ਘਰ
नहीं आ सकती, रीज़न दसता ना उन्हें, इसलिए बिकॉज यूज़ किया है। Here are some more examples. You can read once more and more. ਜਿੰਨੀਆਂ ਵੀ ਐਗਜ਼ਾਮਪਲ ਤੁਸੀਂ ਲੈਣੀਆਂ ਚਾਹੋ ਇਸ ਵੀਡੀਓ ਦੇ ਵਿੱਚ ਲੈ ਸਕਦੇ ਹੋ, ਉਹਨਾਂ ਨੂੰ ਰੀਡ ਕਰ ਸਕਦੇ ਹੋ ਆਪਣੇ ਆਪ ਨੂੰ ਹੋਰ ਨਿਖਾਰਨ ਦੇ ਲਈ। ठीक है, नेक्स्ट अपनी लास्ट टाइप है कोरिलेटिव कंजंक्शनस। कोरिलेटिव कंजंक्शनस आर पेयर्स सच एज नीदर नॉर। ਇਹ ਹੁੰਦੀਆਂ ਨੇ ਪੇਅਰਸ ਦੇ ਵਿੱਚ, ਇਹਨਾਂ ਨੂੰ ਇਕੱਲਿਆਂ ਨੂੰ ਯੂਜ਼ ਨਹੀਂ ਕੀਤਾ ਜਾ ਸਕਦਾ। ਅਗਰ ਤੁਸੀਂ ਯੂਜ਼ ਕਰਨਾ ਤਾਂ ਦੋਨਾਂ ਨੂੰ ਇਕੱਠਿਆਂ ਨੂੰ ਹੀ ਯੂਜ਼ ਕਰਨਾ ਪਵੇਗਾ। ਇਹਨਾਂ ਨੂੰ ਇਸ ਲਈ ਕੋਰਿਲੇਟਿਵ ਕਹਿੰਦੇ ਨੇ ਕਿਉਂਕਿ ਇੱਕ ਦੂਜੇ ਨਾਲ ਜੁੜੀਆਂ ਹੁੰਦੀਆਂ ਨੇ, ਇਹਨਾਂ ਦਾ ਰਿਲੇਸ਼ਨ ਹੁੰਦਾ ਆਪਸ 'ਚ, ਇਸ ਕਰਕੇ ਕੋਰਿਲੇਸ਼ਨ ਕਹਿੰਦੇ ਹਨ ਇਹਨਾਂ ਨੂੰ। ਸੋ ਫਸਟ ਆਪਾਂ ਦੇਖਦੇ ਹਾਂ ਈਦਰ ਐਂਡ ਔਰ ਨੂੰ। We can go to either म्यूरी और कंगन नगर for our holiday। या तो ਅਸੀਂ म्यूरी जा सकते हैं या ਅਸੀਂ ਕੰਗਨ ਨਗਰ ਜਾ ਸਕਦੇ ਹਾਂ ਆਪਣੀ ਹੌਲੀਡੇਜ਼ ਨੂੰ ਸਪੈਂਡ ਕਰਨ ਦੇ ਲਈ। ਠੀਕ ਹੈ, ਦੇਖੋ ਤੁਸੀਂ ਇੱਥੇ ਦੋ ਕੰਜੰਕਸ਼ਨ ਇਕੱਠੀਆਂ ਲੱਗੀਆਂ ਹੋਈਆਂ ਨੇ, ਇੱਕ ਈਦਰ ਇੱਕ ਔਰ। ਠੀਕ ਹੈ, ਅਤੇ ਜੇਕਰ ਤੁਹਾਨੂੰ ਪੇਪਰ ਦੇ ਵਿੱਚ ਵੀ ਆਉਂਦਾ ਹੈ ਈਦਰ ਲੱਗੀ ਹੋਈ ਹੈ ਅਤੇ ਨੈਕਸਟ ਤੁਹਾਨੂੰ ਬਲੈਂਕ ਦਿੱਤੀ ਹੋਈ ਹੈ, ਤੁਸੀਂ ਉੱਥੇ ਔਰ ਫਿਲ ਕਰਨਾ ਆ। ਨੈਕਸਟ ਇਹਦੀਆਂ ਐਗਜ਼ਾਮਪਲਸ ਦੇਖੋ ਨੀਦਰ ਐਂਡ ਨੌਰ ਦੀਆਂ। ਨੀਦਰ ਨੌਰਵੇ ਨੌਰ ਸਵਿਟਜ਼ਰਲੈਂਡ ਇਜ਼ ਇਨ ਯੂਰਪੀਅਨ ਯੂਨੀਅਨ। ਨਾ ਹੀ ਨੌਰਵੇ ਅਤੇ ਨਾ ਹੀ ਸਵਿਟਜ਼ਰਲੈਂਡ ਯੂਰਪੀਅਨ ਯੂਨੀਅਨ ਦਾ ਹਿੱਸਾ ਹੈ। ਠੀਕ ਹੈ, ਇੱਥੇ ਨੀਦਰ ਐਂਡ ਨੌਰ ਜਿਹੜੀਆਂ ਦੋ ਕੰਜੰਕਸ਼ਨਸ ਯੂਜ਼ ਕੀਤੀਆਂ ਹੋਈਆਂ ਨੇ। ਨੈਕਸਟ ਹੈ ਵੈਦਰ ਐਂਡ ਔਰ। ਇਹਦੇ ਵਿੱਚ ਵੀ ਆਪਾਂ ਇੱਦਾਂ ਹੀ ਦੋਨਾਂ ਨੂੰ ਪੇਅਰ ਦੇ ਵਿੱਚ ਯੂਜ਼ ਕਰਦੇ ਹਾਂ। ਨੋ ਸੂਨਰ ਐਂਡ ਦੈਨ ਨੂੰ ਵੀ ਆਪਾਂ ਪੇਅਰ ਦੇ ਵਿੱਚ ਹੀ ਯੂਜ਼ ਕਰਦੇ ਹਾਂ। ਇਸ ਤੋਂ ਇਲਾਵਾ ਤੁਹਾਡੀ ਕੋਈ ਵੀ ਕੁਐਰੀ ਹੈ ਕੰਜੰਕਸ਼ਨਸ ਨੂੰ ਲੈ ਕੇ, ਯੂ ਕੈਨ ਆਸਕ ਮੀ ਐਨੀ ਟਾਈਮ। ਐਂਡ ਥੈਂਕ ਯੂ ਵੈਰੀ ਮਚ ਫॉर ਵਾਚਿੰਗ ਦਿਸ video and practice your exercise on your grammar book on page number that we have 82 to so on। practice at it your home। ਪ੍ਰੈਕਟਿਸ ਕਰੋ ਇਹਨਾਂ ਦੀ, ਤਾਂ ਤੁਸੀਂ ਕੰਜੰਕਸ਼ਨਸ ਨੂੰ ਲੈ ਕੇ ਕਦੇ ਵੀ ਕਨਫਿਊਜ਼ ਨਹੀਂ ਹੋਵੋਗੇ। ਥੈਂਕ ਯੂ ਵੈਰੀ ਮਚ।